Good morning, student. My name is Ajit Pal Singh. I am science teacher at Government Model Senior Secondary School, Chanagra. And student, now we will move to the second part of our chapter, which name is Nutrition in Plants. ਤਾਂ ਬੇਟਾ ਕੱਲ ਆਪਾਂ ਕਿੱਥੇ ਤੱਕ ਗੱਲ ਕੀਤੀ ਸੀ? ਕੱਲ ਆਪਾਂ ਫੋਟੋਸਿੰਥਸਿਸ ਤੱਕ ਗੱਲ ਕੀਤੀ ਸੀ ਤੇ ਆਪਾਂ ਇਹ ਗੱਲ ਕੀਤੀ ਸੀ ਵੀ ਜਿਹੜੇ ਵੀ ਗ੍ਰੀਨ ਪਲਾਂਟਸ ਨੇ ਉਹ ਆਪਣਾ ਭੋਜਨ ਆਪ ਪ੍ਰਪੇਅਰ ਕਰਦੇ ਨੇ ਵਿਦ ਦਾ ਹੈਲਪ ਆਫ ਸਨਲਾਈਟ, ਕਲੋਰੋਫਿਲ, ਵਾਟਰ ਐਂਡ ਕਾਰਬਨ ਡਾਈਆਕਸਾਈਡ। ਐਂਡ ਜਿਹੜਾ ਉਹ ਉਹਨਾਂ ਦਾ ਭੋਜਨ ਹੁੰਦਾ ਉਹ ਉਹਨਾਂ ਦੇ ਵਿੱਚ ਸਟੋਰ ਹੋ ਜਾਂਦਾ ਇਨ ਦਾ ਫਾਰਮ ਆਫ ਸਟਾਰਚ ਔਰ ਯੂ ਕੈਨ ਸੇ ਕਾਰਬੋਹਾਈਡਰੇਟਸ। ਤਾਂ ਕੱਲ ਆਪਾਂ ਕਾਫੀ ਡਿਟੇਲ ਦੇ ਵਿੱਚ ਕਾਰਬੋਹਾਈਡਰੇਟਸ, ਸਟਾਰਚ ਵਗੈਰਾ ਲਈ ਡਿਸਕਸ ਕੀਤਾ ਸੀ। ਤਾਂ ਅੱਜ ਆਪਾਂ ਇੱਕ ਨਵੀਂ ਚੀਜ਼ ਦੇਖਦੇ ਹਾਂ ਅੱਗੇ ਉਸ ਚੈਪਟਰ ਦੇ ਵਿੱਚ ਕੀ ਆ। ਸਭ ਤੋਂ ਪਹਿਲਾ ਕੁਐਸਚਨ ਤਾਂ ਬੇਟਾ ਇਹੀ ਆਉਂਦਾ ਵੀ ਕੀ ਜਿਹੜੇ ਨੌਨ ਗ੍ਰੀਨ ਪਲਾਂਟਸ ਨੇ ਉਹ ਆਪਣਾ ਭੋਜਨ ਆਪ ਤਿਆਰ ਕਰ ਸਕਦੇ ਨੇ? ਹਾਂਜੀ, ਤੁਹਾਡੇ ਦਿਮਾਗ ਦੇ ਵਿੱਚ ਕੀ ਆਉਂਦਾ ਕਿ ਜਿਹੜੇ ਨੌਨ ਗ੍ਰੀਨ ਪਲਾਂਟਸ ਨੇ, ਜਿਵੇਂ ਕਈ ਪਲਾਂਟਸ ਦਾ ਕਲਰ ਯੈਲੋ ਹੁੰਦਾ, ਕਈ ਪਲਾਂਟਸ ਦਾ ਕਲਰ ਪਰਪਲ ਹੁੰਦਾ, ਠੀਕ ਹੈ, ਕਈ ਪੌਦੇ ਐਸੇ ਹੁੰਦੇ ਨੇ ਜਿਹੜੇ ਪਰਪਲ ਕਲਰ ਦੇ ਪੌਦੇ ਹੁੰਦੇ ਨੇ, ਡੈਕੋਰੇਟਿਵ ਪਲਾਂਟਸ ਹੁੰਦੇ ਨੇ, ਗ੍ਰੀਨ ਨਹੀਂ ਹੁੰਦੇ। ਤਾਂ ਕੀ ਉਹ ਆਪਦਾ ਭੋਜਨ ਆਪ ਤਿਆਰ ਕਰ ਸਕਦੇ ਨੇ? ਤਾਂ ਬੇਟਾ ਇਹਦਾ ਆਨਸਰ ਹੈ ਯੈਸ, ਦੇ ਕੈਨ ਪ੍ਰਪੇਅਰ ਦੇਅਰ ਓਨ ਫੂਡ। ਬਸ ਉਹਨਾਂ ਦੇ ਵਿੱਚ ਫਰਕ ਇੰਨਾ ਕੁ ਹੁੰਦਾ ਕਿ ਜਿਹੜੇ ਉਹ ਪੌਦੇ ਹੁੰਦੇ ਨੇ ਉਹਨਾਂ ਦੇ ਵਿੱਚ ਕਲੋਰੋਫਿਲ, ਗ੍ਰੀਨ ਕਲਰ ਦੀ ਕਲੋਰੋਫਿਲ ਹੁੰਦੀ ਹੈ ਜਿਹੜੀ, ਉਹਦੀ ਮਤਲਬ ਮਾਤਰਾ ਥੋੜ੍ਹੀ ਘੱਟ ਹੁੰਦੀ ਆ, ਬਾਕੀ ਕਲਰਸ ਦੀ ਮਾਤਰਾ ਜ਼ਿਆਦਾ ਹੁੰਦੀ ਆ, ਬਟ ਉਹ ਵੀ ਕਲੋਰੋਫਿਲ ਹੀ ਹੁੰਦੇ ਨੇ। ਤੁਸੀਂ ਹਾਈ ਕਲਾਸਿਸ ਦੇ ਵਿੱਚ ਪੜ੍ਹੋਗੇ ਰੈੱਡ ਕਲੋਰੋਫਿਲ ਵੀ ਹੁੰਦੀ ਆ, ਠੀਕ ਹੈ, ਅਤੇ ਬਲੂ ਕਲੋਰੋਫਿਲ ਵੀ ਹੁੰਦੀ ਆ, ਕਲੋਰੋਫਿਲ A, B, ਇਹ ਬਹੁਤ ਕੁਛ ਹੁੰਦਾ। ਤਾਂ ਹਾਂ, ਉਹ ਵੀ ਆਪਣਾ ਭੋਜਨ ਤਿਆਰ ਕਰ ਸਕਦੇ ਨੇ ਈਵਨ ਦੋ ਦੇ ਆਰ ਨਾਟ ਗ੍ਰੀਨ। ਤਾਂ ਇਹਦਾ ਹੀ ਮੈਂ ਕੁਐਸਚਨ ਸਭ ਤੋਂ ਪਹਿਲਾਂ ਆਪਣਾ ਇਹੀ ਦੇਖਿਆ, ਡਜ਼ ਨੌਨ ਗ੍ਰੀਨ ਪਲਾਂਟਸ ਪ੍ਰਪੇਅਰ ਦੇਅਰ ਓਨ ਫੂਡ? ਯੈਸ, non-green plants also prepare their own food. The only thing is that non-green plants have colored chlorophyll pigments like red, yellow, violet, etc. ਠੀਕ ਹੈ ਜੀ, ਇਹਨਾਂ ਕੋਲ colored chlorophyll pigments ਹੁੰਦੇ ਨੇ, ਅਦਰਵਾਈਜ਼ ਦੇ ਕੈਨ ਪ੍ਰਪੇਅਰ ਦੇਅਰ ਓਨ ਫੂਡ। ਤਾਂ ਬੇਟਾ ਹੁਣ ਆਪਾਂ ਅੱਗੇ ਚੱਲਦੇ ਹਾਂ ਥੋੜ੍ਹਾ ਜਿਹਾ। ਆਪਾਂ ਦੇਖਿਆ ਵੀ ਸਟਾਰਚ ਉਹਦੇ ਵਿੱਚ ਬਣ ਜਾਂਦਾ, ਯੂ ਕੈਨ ਸੇ ਸਟਾਰਚ ਪੈਦਾ ਹੋ ਜਾਂਦਾ ਗਾ, ਸਟਾਰਚ ਸਟੋਰ ਹੋ ਜਾਂਦਾ ਪੱਤੇ ਦੇ ਵਿੱਚ। ਜਦੋਂ ਉਹ ਭੋਜਨ ਬਣ ਜਾਂਦਾ ਤਾਂ ਸਟਾਰਚ ਦੀ ਫਾਰਮ ਦੇ ਵਿੱਚ ਉਹ ਸਟੋਰ ਹੋ ਜਾਂਦਾ। ਤਾਂ ਕਈ ਵਾਰ ਇਹ ਵੀ ਕੁਐਸਚਨ ਪੁੱਛ ਲਿਆ ਜਾਂਦਾ ਵੀ ਪੌਦਿਆਂ ਦੇ ਵਿੱਚ ਕਿਹੜੀ ਫਾਰਮ ਦੇ ਵਿੱਚ ਫੂਡ ਆ ਜਿਹੜਾ ਉਹ ਸਟੋਰ ਹੁੰਦਾ? ਤਾਂ ਆਨਸਰ ਇਜ਼ ਸਟਾਰਚ, ਠੀਕ ਹੈ, ਸਟਾਰਚ ਦੀ ਫਾਰਮ ਦੇ ਵਿੱਚ ਫੂਡ ਆ ਜਿਹੜਾ ਉਹ ਸਟੋਰ ਹੋ ਜਾਂਦਾ ਗਾ। ਤਾਂ ਆਪਾਂ ਅੱਗੇ ਚੱਲਦੇ ਹਾਂ। ਇਹ ਆਪਾਂ ਨੂੰ ਕਿਵੇਂ ਪਤਾ ਲੱਗਿਆ ਵੀ ਸਟਾਰਚ ਦੀ ਫਾਰਮ ਦੇ ਵਿੱਚ ਫੂਡ ਸਟੋਰ ਹੋ ਜਾਂਦਾ ਪੱਤਿਆਂ ਦੇ ਵਿੱਚ? ਤਾਂ ਬੇਟਾ ਉਹਦੇ ਲਈ ਇੱਕ ਟੈਸਟ ਹੈ, ਇਹ ਨੋਨ ਟੈਸਟ ਹੈ ਵੀ ਇੱਕ ਨਾ ਆਇਓਡੀਨ ਹੁੰਦਾ। ਆਇਓਡੀਨ ਇਜ਼ ਅ ਕੈਮੀਕਲ, ਠੀਕ ਹੈ, ਆਇਓਡੀਨ ਇਜ਼ ਐਨ ਐਲੀਮੈਂਟ, ਠੀਕ ਹੈ। ਉਹਦਾ ਇੱਕ ਸੋਲਿਊਸ਼ਨ ਬਣਾ ਲਿਆ ਜਾਂਦਾ ਉਹਨੂੰ ਪਾਣੀ 'ਚ ਪਾ ਕੇ, ਨਮਕ ਵਰਗਾ ਹੁੰਦਾ ਬਟ ਨਮਕ ਨਹੀਂ ਹੁੰਦਾ, ਠੀਕ ਹੈ। ਨਮਕ ਇਜ਼ NaCl। ਨਮਕ ਹੁੰਦਾ ਜਿਹੜਾ ਉਹ ਸੋਡੀਅਮ ਕਲੋਰਾਈਡ ਹੁੰਦਾ, ਜਿਹੜਾ ਨਮਕ ਆਪਾਂ ਖਾਂਦੇ ਹਾਂ ਉਹ ਸੋਡੀਅਮ ਕਲੋਰਾਈਡ ਹੁੰਦਾ। ਉਹਦੇ ਵਿੱਚ ਬਹੁਤ ਥੋੜ੍ਹੀ ਮਾਤਰਾ ਦੇ ਵਿੱਚ ਆਇਓਡੀਨ ਪਾਇਆ ਹੁੰਦਾ ਗਾ, ਠੀਕ ਹੈ, ਤਾਂ ਹੀ ਉਹਨੂੰ ਆਇਓਡਾਈਜ਼ਡ ਨਮਕ ਬੋਲਦੇ ਨੇ। ਕੀ ਬੋਲਦੇ ਨੇ? ਆਇਓਡਾਈਜ਼ਡ ਨਮਕ। ਉਹ ਜਿਹੜਾ ਆਇਓਡਾਈਜ਼ਡ ਨਮਕ ਹੁੰਦਾ ਬੇਟਾ ਉਹ ਆਪਣੇ ਲਈ ਹੈਲਪਫੁਲ ਹੁੰਦਾ। ਇਹ ਆਪਾਂ ਹਾਈ ਕਲਾਸਿਸ ਦੇ ਵਿੱਚ ਪੜ੍ਹਾਂਗੇ ਵੀ ਆਇਓਡੀਨ ਕੀ ਹੁੰਦਾ, ਆਇਓਡੀਨ ਦੀ ਕਮੀ ਨਾਲ ਕੀ ਕੁਛ ਹੋ ਸਕਦਾ, ਜਾਂ ਫਿਰ ਇਸ ਕਲਾਸ ਦੇ ਵੀ ਕੁਛ ਚੈਪਟਰ ਆਉਣਗੇ ਜਿਹਦੇ ਵਿੱਚ ਆਪਾਂ ਨੂੰ ਇਹ ਚੀਜ਼ ਡਿਸਕਸ ਕਰਨ ਨੂੰ ਮਿਲੂਗੀ। ਤਾਂ ਆਪਾਂ ਉਹਨੂੰ ਉਹਦੇ ਲਈ ਛੱਡ ਦਿੰਦੇ ਹਾਂ, ਠੀਕ ਹੈ। ਫਿਲਹਾਲ ਆਪਾਂ ਗੱਲ ਕਰਦੇ ਹਾਂ ਜਿਹੜਾ ਆਇਓਡੀਨ ਹੁੰਦਾ ਹੈ। ਆਇਓਡੀਨ ਪੁੱਤ, ਜਦੋਂ ਆਇਓਡੀਨ ਦੇ ਸੋਲਿਊਸ਼ਨ ਨੂੰ ਆਪਾਂ ਮਤਲਬ ਪਾਣੀ 'ਚ ਘੋਲ ਕੇ ਆਇਓਡੀਨ ਨੂੰ ਕਿਸੇ ਸਟਾਰਚ ਦੇ ਉੱਤੇ ਪਾਉਂਦੇ ਹਾਂ, ਮਤਲਬ ਚਾਹੇ ਉਹ ਚੌਲ ਹੀ ਹੋਣ, ਚੌਲ ਵੀ ਸਟਾਰਚ ਹੀ ਹੁੰਦਾ ਪੁੱਤ, ਆਲੂ ਵੀ ਸਟਾਰਚ ਹੀ ਹੁੰਦੇ ਨੇ, ਚੌਲ ਵੀ ਸਟਾਰਚ ਹੁੰਦਾ, ਇਹ ਸਾਰਾ ਕੁਝ ਸਟਾਰਚ ਹੀ ਹੁੰਦਾ, ਠੀਕ ਹੈ। ਕਾਰਬੋਹਾਈਡਰੇਟਸ ਹੋ ਗਏ, ਆਲੂ 'ਚ ਕਾਰਬੋਹਾਈਡਰੇਟਸ ਹੁੰਦੇ ਨੇ ਨਾ, 6th ਕਲਾਸ 'ਚ ਪੜ੍ਹਦੇ ਹਾਂ ਆਪਾਂ, ਆਲੂ ਦੇ ਵਿੱਚ ਮੈਕਸੀਮਮ ਮਾਤਰਾ 'ਚ ਕਾਰਬੋਹਾਈਡਰੇਟਸ ਹੁੰਦੇ ਨੇ। ਆਪਾਂ ਜਿਹੜੀਆਂ ਵੀ ਚੀਜ਼ਾਂ ਖਾਂਦੇ ਹਾਂ ਉਹਨਾਂ ਦੇ ਵਿੱਚ ਮੈਕਸੀਮਮ ਕਾਰਬੋਹਾਈਡਰੇਟਸ ਹੁੰਦੇ ਨੇ ਜਾਂ ਪ੍ਰੋਟੀਨਸ ਹੁੰਦੇ ਨੇ। ਪ੍ਰੋਟੀਨਸ ਦੀ ਗੱਲ ਆਪਾਂ ਫੇਰ ਕਰਦੇ ਹਾਂ, ਪਹਿਲਾਂ ਕਾਰਬੋਹਾਈਡਰੇਟਸ ਦੀ ਗੱਲ ਕਰਦੇ ਹਾਂ। ਤਾਂ ਬੇਟਾ ਕੀ ਹੁੰਦਾ, ਜਿਹੜਾ ਉਹ ਸੋਲਿਊਸ਼ਨ ਹੁੰਦਾ ਆਇਓਡੀਨ ਦਾ, ਉਹਨੂੰ ਆਪਾਂ ਚੌਲਾਂ ਦੇ ਉੱਤੇ ਪਾਈਏ ਤਾਂ ਉਹ ਪਰਪਲ ਹੋ ਜਾਂਦਾ। ਕੀ ਹੋ ਜਾਂਦਾ? ਉਹ ਪਰਪਲ, ਰੈੱਡ, ਵਾਇਲਟ, ਪਰਪਲ ਹੋ ਜਾਂਦਾ, ਠੀਕ ਹੈ। ਪਰਪਲ ਜੇ ਤਰ੍ਹਾਂ ਹੋ ਜਾਂਦਾ, ਗੂੜਾ ਜਿਹਾ ਰੰਗ ਲੈ ਲੈਂਦਾ ਉਹ, ਠੀਕ ਹੈ। ਰੈੱਡ ਵੀ ਲੈ ਸਕਦਾ, ਪਰਪਲ ਵੀ ਲੈ ਸਕਦਾ, ਮਿਕਸਚਰ ਵੀ ਲੈ ਸਕਦਾ। ਤਾਂ ਉਹ ਪਰਪਲ ਕਲਰ ਦਾ ਜਿਹੜਾ ਹੋ ਜਾਂਦਾ ਹੈਗਾ, ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਸਟਾਰਚ ਨਾਲ ਰਿਐਕਟ ਕਰ ਗਿਆ ਆਇਓਡੀਨ, ਤਾਂ ਇੱਥੇ ਕੀ ਬਣ ਗਿਆ? ਇੱਕ ਪਰਪਲ ਕਲਰਡ ਕੰਪਾਊਂਡ ਬਣ ਗਿਆ, ਜਿਹਨੂੰ ਆਪਾਂ ਨੂੰ ਕਲਰ ਦੇਤੀ। ਉਹਨੇ ਆਪਾਂ ਨੂੰ ਇੰਡੀਕੇਟ ਕਰਤਾ ਵੀ ਯੈਸ ਦੇਰ ਵਾਜ਼ ਸਟਾਰਚ ਇਨ ਇਟ। ਤਾਂ ਹੁਣ ਪੱਤਿਆਂ ਦੇ ਵਿੱਚ ਇਹ ਕਿਵੇਂ ਪਤਾ ਕਰਦੇ ਹਾਂ? ਪੱਤਿਆਂ ਦੇ ਵਿੱਚ ਬੇਟਾ ਆਪਾਂ ਇੱਕ ਐਕਟੀਵਿਟੀ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕਰਦੇ ਹਾਂ, ਪੱਤੇ ਨੂੰ ਨਾ ਐਲਕੋਹਲ ਦੇ ਵਿੱਚ ਉਬਾਲ ਲੈਂਦੇ ਹਾਂ, ਠੀਕ ਹੈ। ਐਲਕੋਹਲ ਵਾਈਟ ਕਲਰ ਦਾ ਮਤਲਬ ਕਲਰਲੈਸ ਕੰਪਾਊਂਡ ਹੁੰਦਾ ਇੱਕ, ਠੀਕ ਹੈ। ਐਲਕੋਹਲ ਇਥਾਨੋਲ ਹੁੰਦਾ ਬੇਸਿਕਲੀ, ਅਤੇ
ਠੀਕ ਹੈ। ਅਤੇ ਉਹਦੇ ਵਿੱਚ ਆਪਾਂ ਉਬਾਲ ਲੈਂਦੇ ਹਾਂ ਉਹਨੂੰ, ਇੱਕ ਉਹ 'ਚ ਪਾ ਕੇ ਨਾ ਬੀਕਰ ਦੇ ਵਿੱਚ ਪਾ ਕੇ, ਤਾਂ ਉਹਨੂੰ ਸਟੋਵ ਦੇ ਉੱਤੇ ਰੱਖ ਕੇ, ਠੀਕ ਹੈ, ਸਪਿਰਿਟ ਲੈਂਪ ਦੇ ਉੱਤੇ ਉਹਨੂੰ ਉਬਾਲ ਲੈਂਦੇ ਹਾਂ। ਉਹਦੇ ਵਿੱਚੋਂ ਕੀ ਹੋ ਜਾਂਦਾ, ਜਿਹੜਾ ਗ੍ਰੀਨ ਕਲਰ ਪਿਗਮੈਂਟ ਹੁੰਦਾ ਪੱਤੇ ਦੇ ਵਿੱਚ, ਕਲੋਰੋਫਿਲ, ਉਹ ਕਲੋਰੋਫਿਲ ਰਿਮੂਵ ਹੋ ਜਾਂਦਾ। ਕਲੋਰੋਫਿਲ ਕੀ ਹੋ ਜਾਂਦਾ, ਰਿਮੂਵ ਹੋ ਜਾਂਦਾ। ਕਲੋਰੋਫਿਲ ਰਿਮੂਵ ਹੋ ਗਿਆ, ਬਟ ਸਟਾਰਚ ਨਹੀਂ ਰਿਮੂਵ ਹੋਇਆ। ਸਟਾਰਚ ਉੱਥੇ ਦਾ ਉੱਥੇ ਹੀ ਹੈ, ਠੀਕ ਹੈ। ਕਲੋਰੋਫਿਲ ਚਲਾ ਗਿਆ, ਸਟਾਰਚ ਹਜੇ ਮੌਜੂਦ ਹੈ। ਫਿਰ ਆਪਾਂ ਜਿਹੜਾ ਉਹ ਕਲਰਲੈਸ ਪੱਤਾ ਹੁੰਦਾ, ਹੁਣ ਉਹ ਕਲਰਲੈਸ ਹੋ ਜਾਂਦਾ, ਵਾਈਟ ਕਲਰ ਦਾ ਹੋ ਜਾਂਦਾ, ਜਾਂ ਬਹੁਤ ਹੀ ਫਿੱਕਾ ਗ੍ਰੀਨ ਰਹਿ ਜਾਂਦਾ। ਜਿਹੜਾ ਉਹ ਪੱਤਾ ਹੁੰਦਾ, ਜਿਹੜਾ ਪਹਿਲਾਂ ਡਾਰਕ ਗ੍ਰੀਨ ਹੁੰਦਾ, ਫਿਰ ਉਹ ਫਿੱਕਾ ਗ੍ਰੀਨ ਰਹਿ ਜਾਂਦਾ। ਉਸ ਪੱਤੇ ਨੂੰ ਚੱਕ ਕੇ ਆਪਾਂ ਬਾਹਰ ਲੈ ਕੇ ਉਹਦੇ ਉੱਤੇ ਆਇਓਡੀਨ ਦੀਆਂ ਡ੍ਰੌਪਸ ਪਾ ਦਿੰਦੇ ਹਾਂ। ਅਤੇ ਜਦੋਂ ਆਪਾਂ ਉਹਦੇ ਉੱਤੇ ਆਇਓਡੀਨ ਦੀ ਡ੍ਰੌਪਸ ਪਾ ਦਿੰਦੇ ਹਾਂ ਬੇਟਾ, ਉਹ ਨਾਲ ਦੀ ਨਾਲ ਕੀ ਵਾਇਲਟ ਜਾਂ ਪਰਪਲ ਕਲਰ ਦੀਆਂ ਹੋ ਜਾਂਦੀਆਂ ਨੇਗੀਆਂ। ਐਂਡ ਦੈਟ ਟੈਸਟ ਗਿਵ ਅਸ ਦਾ ਪ੍ਰੈਜ਼ੈਂਸ ਆਫ ਸਟਾਰਚ ਇਨ ਲੀਵਸ, ਠੀਕ ਹੈ। ਇੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਸਟਾਰਚ ਉਹਦੇ ਵਿੱਚ ਮੌਜੂਦ ਆ। ਤਾਂ ਨੈਕਸਟ ਜਿਹੜਾ ਟੌਪਿਕ ਆ ਜਾਂ ਕੁਐਸਚਨ ਆ ਉਹ ਇਹੀ ਸੀ, iodine test for presence of starch. ਕਹਿੰਦਾ when iodine solution reacts with starch or carbohydrate it turns purple. So if we have to test starch in a leaf we will perform iodine solution test. ਠੀਕ ਹੈ ਜੀ। ਤਾਂ ਆਪਾਂ ਕਿਹਦਾ ਟੈਸਟ ਕਰਾਂਗੇ ਜੇ ਆਪਾਂ ਲੀਫ ਦੇ ਵਿੱਚ ਸਟਾਰਚ ਦੀ ਪ੍ਰੈਜ਼ੈਂਸ ਨੂੰ ਦੇਖਣਾ, ਆਇਓਡੀਨ ਸੋਲਿਊਸ਼ਨ ਟੈਸਟ ਕਰਾਂਗੇ। ਹਾਊ ਟੂ ਪਰਫਾਰਮ ਆਇਓਡੀਨ ਟੈਸਟ, ਕਹਿੰਦਾ ਯੂਜ਼ ਦਾ ਫੋਲੋਇੰਗ ਸਟੈਪਸ ਟੂ ਪਰਫਾਰਮ ਆਇਓਡੀਨ ਟੈਸਟ। Take a leaf and boil it in alcohol so that its color changes to light green or white. ठीक है, किहदा कलर, लीफ का कलर, ठीक है। When we boil leaf in alcohol, the green pigment of chlorophyll will wash away, but starch will present in leaf. Now put some drops of iodine solution on leaf. We will observe, ਹੁਣ ਆਪਣੀ observation ਕੀ ਆਊਗੀ, we will observe the purple color of leaf which indicate presence of starch or carbohydrate in leaf. ਤਾਂ ਇਹੀ ਚੀਜ਼ ਮੈਂ ਤੁਹਾਨੂੰ ਇੰਗਲਿਸ਼ ਦੇ ਵਿੱਚ ਦੱਸਤੀ, ਉਹੀ ਚੀਜ਼ ਮੈਂ ਤੁਹਾਨੂੰ ਪਹਿਲਾਂ ਸਮਝਾ ਚੁੱਕਿਆ। ਤਾਂ ਹੁਣ ਬੇਟਾ ਅੱਗੇ ਚੀਜ਼ ਹੋਰ ਆ ਗਈ। ਮੈਂ ਤੁਹਾਨੂੰ ਕਿਹਾ ਵੀ ਪਲਾਂਟ ਕੱਲਾ ਸਟਾਰਚ ਨਹੀਂ ਬਣਾਉਂਦੇ, ਪਲਾਂਟ ਦੇ ਵਿੱਚ ਪ੍ਰੋਟੀਨਸ ਵੀ ਹੁੰਦੇ ਨੇ। ਪ੍ਰੋਟੀਨਸ ਵਾਲੇ ਪਲਾਂਟ ਕਿਹੜੇ ਕਿਹੜੇ ਨੇ, ਜਿੰਨੀਆਂ ਵੀ ਦਾਲਾਂ ਨੇ ਆਪਣੇ ਕੋਲ, ਹੈ ਨਾ, ਮਾਂਹ ਦੀ ਦਾਲ ਹੋ ਗਈ, ਠੀਕ ਹੈ, ਛੋਲਿਆਂ ਦੀ ਦਾਲ ਹੋ ਗਈ, ਅਤੇ ਆਪਣੇ ਕੋਲ ਮੂੰਗਫਲੀ ਹੋ ਗਈ, ਹੈ ਨਾ ਬੇਟਾ, ਅਤੇ ਬਦਾਮ ਹੋ ਗਿਆ, ਅਖਰੋਟ ਹੋ ਗਿਆ। ਇਹ ਸਾਰਿਆਂ ਦੇ ਵਿੱਚ ਕੀ ਹੁੰਦਾ, ਇਹ ਸਾਰਿਆਂ ਦੇ ਵਿੱਚ ਪ੍ਰੋਟੀਨਸ ਹੁੰਦੇ ਨੇ। ਉਹ ਪ੍ਰੋਟੀਨਸ ਕਿਵੇਂ ਬਣਦੇ ਨੇ, ਸਟਾਰਚ ਤਾਂ ਮੈਂ ਤੁਹਾਨੂੰ ਦੱਸਤਾ ਕਿਵੇਂ ਬਣਦਾ, ਕਾਰਬਨ ਡਾਈਆਕਸਾਈਡ ਅਤੇ ਕਿਹਦੀ ਹੈਲਪ ਨਾਲ, ਵਾਟਰ ਦੀ ਹੈਲਪ ਨਾਲ ਬਣਦਾ ਗਾ, ਠੀਕ ਹੈ। ਕਿਉਂਕਿ ਇੱਕ ਸਟਾਰਚ ਦਾ ਫਾਰਮੂਲੇ ਦੇ ਵਿੱਚ ਵੀ ਕਾਰਬਨ, ਵਾਟਰ ਅਤੇ ਆਕਸੀਜਨ ਹੀ ਹੁੰਦੇ ਨੇਗੇ, ਠੀਕ ਹੈ। ਕਾਰਬਨ, ਹਾਈਡਰੋਜਨ ਅਤੇ ਆਕਸੀਜਨ, ਤਾਂ ਹੀ ਉਹਨੂੰ ਕਾਰਬੋਹਾਈਡਰੇਟਸ ਕਹਿੰਦੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਵੀ ਪ੍ਰੋਟੀਨਸ ਕਿਵੇਂ ਬਣਦੇ ਨੇ। ਬੇਟਾ ਪ੍ਰੋਟੀਨਸ ਬਣਾਉਣ ਵਾਸਤੇ ਨਾ ਜਿਹੜੇ ਪੌਦੇ ਨੇ ਉਹਨਾਂ ਨੂੰ ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਆ, ਠੀਕ ਹੈ। ਤਾਂ ਪ੍ਰੋਟੀਨਸ ਵੀ ਬਣਦੇ ਨੇ ਪੌਦਿਆਂ 'ਚ, ਅਤੇ ਪ੍ਰੋਟੀਨਸ ਬਣਾਉਣ ਵਾਸਤੇ ਪੌਦਿਆਂ ਨੂੰ ਕਿਹਦੀ ਜ਼ਰੂਰਤ ਪੈਂਦੀ ਆ ਬੇਟਾ ਜੀ, ਨਾਈਟ੍ਰੋਜਨ ਦੀ ਜ਼ਰੂਰਤ ਪੈਂਦੀ ਆ। ਅਤੇ ਉਹ ਨਾਈਟ੍ਰੋਜਨ ਫਿਰ ਕਿੱਥੋਂ ਮਿਲਦੀ ਆ, ਨਾਈਟ੍ਰੋਜਨ ਨੇਚਰ ਦੇ ਵਿੱਚ ਇੱਕ ਗੈਸ ਹੈ, ਠੀਕ ਹੈ। ਤਾਂ ਇਹ ਮਿਲਦੀ ਨੇਚਰ 'ਚੋਂ ਹੀ ਆ, ਮਿਲਦੀ ਐਟਮੋਸਫੀਅਰ 'ਚੋਂ ਹੀ ਆ। ਬਟ ਬਿਫੋਰ ਨਾਈਟ੍ਰੋਜਨ ਜੇ ਕੋਈ ਪੌਦਾ ਲੈਣਾ ਚਾਹੁੰਦਾ ਤਾਂ ਉਹਨੂੰ ਨਾ ਨਾਈਟ੍ਰੋਜਨ ਫਿਕਸ ਕਰਨੀ ਪਊਗੀ ਆਪਦੀਆਂ ਜੜ੍ਹਾਂ 'ਚ। ਨਾਈਟ੍ਰੋਜਨ ਫਿਕਸੇਸ਼ਨ ਇੱਕ ਬੜਾ ਵਾਸਟ ਟੌਪਿਕ ਆ, ਜਿਹੜਾ ਇਸ ਚੈਪਟਰ ਦੇ ਵਿੱਚ ਲਾਸਟ 'ਤੇ ਆ, ਜਦੋਂ ਆਪਾਂ ਪੜ੍ਹਾਂਗੇ ਸਿੰਬਾਇਓਟਿਕ ਰਿਲੇਸ਼ਨਸ਼ਿਪ, ਠੀਕ ਹੈ, ਜਾਂ ਸਿੰਬਾਇਓਟਿਕ ਮੋਡ ਆਫ ਨਿਊਟ੍ਰੀਸ਼ਨ। ਤਾਂ ਉਹਦੇ ਵਿੱਚ ਇਹ ਚੀਜ਼ ਆਊ, ਤਾਂ ਆਪਾਂ ਨਾਈਟ੍ਰੋਜਨ ਫਿਕਸੇਸ਼ਨ ਨੂੰ ਉਸ ਤਰ੍ਹਾਂ ਨਾਲ ਹੀ ਛੱਡ ਲੈਂਦੇ ਹਾਂ, ਉਸ ਟੌਪਿਕ ਨਾਲ ਹੀ ਛੱਡ ਲੈਣਾ ਜਿਹੜਾ ਕਿ ਲਾਸਟ ਟੌਪਿਕ ਹੈ ਇਸ ਚੈਪਟਰ ਦਾ, ਠੀਕ ਹੈ। ਬਸ ਫਿਲਹਾਲ ਤੁਸੀਂ ਇਹ ਯਾਦ ਰੱਖੋ ਵੀ ਹਾਂ, ਪੌਦੇ ਸਟਾਰਚ ਤੋਂ ਬਿਨਾਂ ਵੀ ਕੋਈ ਹੋਰ ਭੋਜਨ ਤਿਆਰ ਕਰ ਸਕਦੇ ਨੇ, ਅਤੇ ਉਹ ਭੋਜਨ ਹੈਗਾ ਪ੍ਰੋਟੀਨਸ ਦਾ। ਅਤੇ ਉਹ ਜਿਹੜੇ ਪ੍ਰੋਟੀਨਸ ਨੇ ਉਹਦੇ ਲਈ ਪੌਦਿਆਂ ਨੂੰ ਕਿਹਦੀ ਜ਼ਰੂਰਤ ਪੈਂਦੀ ਆ, ਉਹਦੇ ਲਈ ਪੌਦਿਆਂ ਨੂੰ ਨਾਈਟ੍ਰੋਜਨ ਦੀ ਜ਼ਰੂਰਤ ਪੈਂਦੀ ਹੈ, ਠੀਕ ਹੈ। ਕਿਉਂਕਿ ਨਾਈਟ੍ਰੋਜਨ ਦੀ ਜ਼ਰੂਰਤ ਪੈਂਦੀ ਆ ਬੇਟਾ, ਤਾਂ ਹੀ ਆਪਾਂ ਜਿਹੜਾ ਵੀ ਫਸਲ ਉਗਾਉਂਦੇ ਆ ਉਹਦੇ ਵਿੱਚ NPK ਪਾਉਂਦੇ ਆਪਾਂ, ਨਾਈਟ੍ਰੋਜਨ, ਫਾਸਫੇਟ ਅਤੇ ਪੋਟਾਸ਼ੀਅਮ। NPK ਕਿਉਂ ਪਾਈ ਜਾਂਦੀ ਹੈ ਜਾਂ ਯੂਰੀਆ ਕਿਉਂ ਪਾਇਆ ਜਾਂਦਾ ਫਸਲਾਂ ਦੇ ਵਿੱਚ, ਤਾਂ ਕਿ ਫਸਲਾਂ ਨੂੰ ਨਾਈਟ੍ਰੋਜਨ ਦੀ ਕਮੀ ਨਾ ਹੋਵੇ, ਅਤੇ ਉਹਨਾਂ ਦਾ ਜਿਹੜਾ ਪ੍ਰੋਟੀਨ ਕੰਟੈਂਟ ਆ ਫਸਲਾਂ ਦਾ, ਮਤਲਬ ਉਹਨਾਂ ਦੇ ਵਿੱਚ ਜਿਹੜਾ ਪ੍ਰੋਟੀਨ ਦੀ ਮਾਤਰਾ ਉਹ ਜ਼ਿਆਦਾ ਰਹੇ। ਤਾਂ ਕਰਕੇ ਆਪਾਂ ਕੀ ਪਾਉਂਦੇ ਹਾਂ ਬੇਟਾ, ਨਾਈਟ੍ਰੋਜਨ ਪਾਉਂਦੇ ਹਾਂ। ਤਾਂ ਹੁਣ ਇੱਥੇ ਜਿਹੜਾ ਅਗਲਾ ਟੌਪਿਕ ਸੀ ਉਹ ਇਹੀ ਆ ਕਿ ਕੀ ਜਿਹੜੇ ਪੌਦੇ ਨੇ ਉਹ ਸਿਰਫ ਸਟਾਰਚ ਹੀ ਪੈਦਾ ਕਰਦੇ ਨੇ, ਸਟਾਰਚ ਹੀ ਬਣਾਉਂਦੇ ਨੇ, ਜਾਂ ਕੁਛ ਹੋਰ ਫੂਡ ਆਈਟਮਸ ਵੀ ਤਿਆਰ ਕਰਦੇ ਨੇ। ਤਾਂ ਹਾਂ, ਉਹ ਕੁਛ ਹੋਰ ਫੂਡ ਆਈਟਮਸ ਵੀ ਤਿਆਰ ਕਰਦੇ ਨੇ, ਜਿਹੜੀਆਂ ਕਿ ਬੇਸਿਕਲੀ ਕੀ ਹੁੰਦੀਆਂ ਨੇ,
ਪ੍ਰੋਟੀਨਸ ਹੁੰਦੀਆਂ ਨੇ ਤੇ ਪ੍ਰੋਟੀਨਸ ਆਰ ਵਟ ਪ੍ਰੋਟੀਨਸ ਆਰ ਸਟਾਰਚ ਵਿਦ ਨਾਈਟ੍ਰੋਜਨ। ਠੀਕ ਹੈ, ਸਟਾਰਚ ਦੇ ਨਾਲ ਜਦੋਂ ਨਾਈਟ੍ਰੋਜਨ ਲੱਗ ਜਾਂਦਾ ਤਾਂ ਉਹ ਪ੍ਰੋਟੀਨ ਬਣ ਜਾਂਦਾ। ਤਾਂ ਡਜ਼ ਪਲਾਂਟ ਪ੍ਰਪੇਅਰ ਅਦਰ ਫੂਡ ਦੈਨ ਕਾਰਬੋਹਾਈਡਰੇਟਸ? Plants prepare proteins as food other than carbohydrates. To prepare proteins, plants need nitrogen. This nitrogen is present in atmosphere and plants fix this nitrogen in soil and take up nitrogen by roots. ਜੜ੍ਹਾਂ ਦੁਆਰਾ ਉਹ ਉੱਪਰ ਲੈ ਕੇ ਜਾਂਦੇ ਨੇ ਆਪਦੇ ਵਿੱਚ। ਠੀਕ ਹੈ, ਉਹ ਗੈਸੀਅਸ ਐਕਸਚੇਂਜ ਨਹੀਂ ਹੁੰਦਾ ਨਾਈਟ੍ਰੋਜਨ ਦਾ। ਦੇਖੋ ਧਿਆਨ ਦਿਓ, ਕਾਰਬਨ ਡਾਈਆਕਸਾਈਡ ਦਾ ਤਾਂ ਪੱਤਿਆਂ ਨਾਲ ਰਿਲੇਸ਼ਨ ਆ। ਕਾਰਬਨ ਡਾਈਆਕਸਾਈਡ ਤਾਂ ਪੱਤਿਆਂ ਦੇ ਵਿੱਚੋਂ ਐਕਸਚੇਂਜ ਹੋਊਗੀ। ਠੀਕ ਹੈ, ਕਾਰਬਨ ਡਾਈਆਕਸਾਈਡ ਤੇ ਆਕਸੀਜਨ। ਬਟ ਜਿਹੜਾ ਤੁਹਾਡਾ ਨਾਈਟ੍ਰੋਜਨ ਆ ਉਹ ਜੜ੍ਹਾਂ ਵਿੱਚ ਦੀ ਹੋ ਕੇ ਉੱਪਰ ਜਾਊਗਾ। ਉਹ ਕਿਵੇਂ ਜਾਊਗਾ? ਨਾਈਟ੍ਰੋਜਨ ਜੜ੍ਹਾਂ ਵਿੱਚ ਦੀ ਕਿਉਂ ਜਾਊਗਾ? ਇਹ ਸਾਰੀ ਗੱਲ ਆਪਾਂ ਨਾਈਟ੍ਰੋਜਨ ਫਿਕਸੇਸ਼ਨ ਜਦੋਂ ਕਰਾਂਗੇ, ਲਾਸਟ ਟੌਪਿਕ ਆ ਜਿਹੜਾ ਇਸ ਚੈਪਟਰ ਦਾ, ਜਿਹਦੇ ਵਿੱਚ ਹੈਗਾ ਆਪਣੇ ਕੋਲ ਸਿੰਬਾਇਓਟਿਕ ਰਿਲੇਸ਼ਨਸ਼ਿਪ। ਠੀਕ ਹੈ, ਤਾਂ ਉਹ ਸਿੰਬਾਇਓਟਿਕ ਮੋਡ ਆਫ ਨਿਊਟ੍ਰੀਸ਼ਨ ਦੇ ਵਿੱਚ ਡਿਸਕਸ ਕਰਾਂਗੇ। ਹਾਊ ਡੂ ਪਲਾਂਟ ਫਿਕਸ ਨਾਈਟ੍ਰੋਜਨ? ਇਹ ਹਜੇ ਲਈ ਆਪਾਂ ਇਹ ਕੁਐਸਚਨ ਕੀ ਕਰ ਦਿੰਦੇ ਹਾਂ ਬੇਟਾ, ਛੱਡ ਸਕਦੇ ਹਾਂ ਇਹ ਕੁਐਸਚਨ ਨੂੰ ਆਪਾਂ। ਠੀਕ ਹੈ, ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਪ੍ਰੋਟੀਨਸ ਵੀ ਬਣਾਉਂਦੇ ਨੇ ਪਲਾਂਟ ਅਤੇ ਨਾਲ ਦੀ ਨਾਲ ਕੀ ਕਰਦੇ ਨੇ ਆਪਣੇ ਕੋਲ ਕਾਰਬੋਹਾਈਡਰੇਟਸ ਵੀ ਬਣਾਉਂਦੇ ਨੇ ਪਲਾਂਟ। ਤਾਂ ਇਹ ਤਾਂ ਆਪਾਂ ਉਹ ਪਲਾਂਟ ਦੇਖੇ ਨੇ ਜਿਹੜੇ ਆਪਦਾ ਭੋਜਨ ਆਪ ਤਿਆਰ ਕਰਦੇ ਨੇ ਬਾਏ ਦਾ ਪ੍ਰੋਸੈਸ ਆਫ ਫੋਟੋਸਿੰਥਸਿਸ। ਠੀਕ ਹੈ, ਤਾਂ ਇਹ ਚੀਜ਼ ਯਾਦ ਰੱਖਣੀ ਆ, ਬਾਏ ਦਾ ਪ੍ਰੋਸੈਸ ਆਫ ਫੋਟੋਸਿੰਥਸਿਸ। ਬਟ ਇੱਕ ਕੁਐਸਚਨ ਹੋਰ ਉੱਠਦਾ, ਕੀ ਕੁਛ ਪਲਾਂਟ ਐਸੇ ਨੇ ਜਿਹੜੇ ਪਲਾਂਟ ਦੂਜੇ ਪਲਾਂਟਸ ਦੇ ਉੱਤੇ ਨਿਰਭਰ ਕਰਦੇ ਨੇ ਆਪਦਾ ਭੋਜਨ ਲੈਣ ਲਈ? ਹਾਂਜੀ ਬੇਟਾ, ਐਸੇ ਪਲਾਂਟ ਵੀ ਨੇ ਜਿਹੜੇ ਪਲਾਂਟ ਆਪਦਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਅਤੇ ਦੂਸਰੇ ਪਲਾਂਟਸ ਦੇ ਉੱਤੇ ਉਹ ਡਿਪੈਂਡ ਕਰਦੇ ਨੇ ਆਪਦਾ ਭੋਜਨ ਪ੍ਰਾਪਤ ਕਰਨ ਲਈ। ਐਂਡ ਦੋਜ਼ ਪਲਾਂਟ ਆਰ ਨੋਨ ਐਜ਼ ਹੈਟਰੋਟ੍ਰੋਫਿਕ ਪਲਾਂਟਸ ਜਾਂ ਹੈਟਰੋਟ੍ਰੋਫਸ। ਠੀਕ ਹੈ, ਹੈਟਰੋਟ੍ਰੋਫਸ ਕੀ ਹੁੰਦੇ ਨੇ ਬੇਟਾ? ਹੈਟਰੋਟ੍ਰੋਫਸ ਐਸੇ ਔਰਗੈਨਿਜ਼ਮਸ ਹੁੰਦੇ ਨੇ। ਔਰਗੈਨਿਜ਼ਮ ਮਤਲਬ ਔਰਗੈਨਿਜ਼ਮ ਦੇ ਵਿੱਚ ਸਾਰੇ ਹੀ ਆ ਜਾਂਦੇ ਨੇ ਬੇਟਾ, ਪਲਾਂਟ ਵੀ ਆ ਜਾਂਦੇ ਨੇ, ਐਨੀਮਲ ਵੀ ਆ ਜਾਂਦੇ ਨੇ, ਇਨਸੈਕਟਸ ਵੀ ਆ ਜਾਂਦੇ ਨੇ, ਸਾਰਾ ਕੁਛ ਆ ਜਾਂਦਾ ਔਰਗੈਨਿਜ਼ਮ ਦੇ। ਜਿਹੜੀ ਚੀਜ਼ ਜਿਉਂਦੀ ਆ ਨਾ, ਲਿਵਿੰਗ ਆ, ਉਹਨੂੰ ਆਪਾਂ ਔਰਗੈਨਿਜ਼ਮ ਬੋਲ ਦਿੰਦੇ ਹਾਂ। ਠੀਕ ਹੈ, ਤਾਂ ਕੁਛ ਐਸੇ ਔਰਗੈਨਿਜ਼ਮ ਹੁੰਦੇ ਨੇ ਜਿਹੜੇ ਆਪਦਾ ਭੋਜਨ ਆਪ ਤਿਆਰ ਨਾ ਕਰ ਸਕਣ ਬਾਏ ਦਾ ਪ੍ਰੋਸੈਸ ਆਫ ਫੋਟੋਸਿੰਥਸਿਸ, ਉਹਨਾਂ ਨੂੰ ਆਪਾਂ ਹੈਟਰੋਟ੍ਰੋਫਸ ਕਹਿੰਦੇ ਹਾਂ। ਠੀਕ ਹੈ, ਅਤੇ ਉਹ ਕਿਹਦੇ ਉੱਤੇ ਡਿਪੈਂਡ ਕਰਦੇ ਨੇ? ਉਹ ਕਿਸੇ ਹੋਰ ਔਰਗੈਨਿਜ਼ਮ ਦੇ ਉੱਤੇ ਡਿਪੈਂਡ ਕਰਦੇ ਨੇ। ਤਾਂ ਪੁੱਤ ਇਸੇ ਤਰ੍ਹਾਂ ਕੁਛ ਪਲਾਂਟਸ ਵੀ ਐਸੇ ਨੇ ਜਿਹੜੇ ਆਪਦਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ। ਹੁਣ ਕੁਛ ਪਲਾਂਟ ਜਿਹੜੇ ਆਪਦਾ ਭੋਜਨ ਆਪ ਤਿਆਰ ਨਹੀਂ ਕਰ ਸਕਣਗੇ, ਉਹ ਕਿਉਂ ਨਹੀਂ ਕਰ ਸਕਣਗੇ? ਕਿਉਂਕਿ ਬੇਟਾ ਉਹਨਾਂ ਕੋਲ ਕਲੋਰੋਫਿਲ ਨਹੀਂ ਹੁੰਦੀ। ਠੀਕ ਹੈ, ਤੁਹਾਨੂੰ ਪਤਾ ਨਾ, ਕਲੋਰੋਫਿਲ ਅਸੈਂਸ਼ੀਅਲ ਹੈ ਆਪਦਾ ਭੋਜਨ ਆਪ ਤਿਆਰ ਕਰਨ ਵਾਸਤੇ। ਤਾਂ ਜਿਹੜੇ ਪੌਦਿਆਂ ਕੋਲ ਕਲੋਰੋਫਿਲ ਨਹੀਂ ਹੋਊਗੀ, ਉਹ ਆਪਦਾ ਭੋਜਨ ਆਪ ਤਿਆਰ ਨਹੀਂ ਕਰਨਗੇ। ਫਿਰ ਉਹ ਕੀ ਕਰਨਗੇ? ਵਟ ਵਿਲ ਦੇ ਡੂ ਫॉर देयर ਫੂਡ ਨੀਡਸ? ਉਹ ਆਪਦੇ ਫੂਡ ਨੀਡ ਕਿਵੇਂ ਪੂਰੇ ਕਰਨਗੇ? ਤਾਂ ਉਹ ਆਪਾਂ ਦੇਖਦੇ ਹਾਂ ਪੁੱਤ, ਇੱਕ ਪਲਾਂਟ ਹੈ ਕਸਕਿਊਟਾ। ਕਿਹੜਾ ਪਲਾਂਟ ਹੈ? ਕਸਕਿਊਟਾ। ਮੈਂ ਤੁਹਾਨੂੰ ਦਿਖਾ ਦਿੰਦਾ, ਕਸਕਿਊਟਾ ਪਲਾਂਟ ਹੈ ਇੱਥੇ। ਦਿਸ ਇਜ਼ ਕਸਕਿਊਟਾ ਪਲਾਂਟ, ਦਿਸ ਪਲਾਂਟ। ਇਹ ਪਲਾਂਟ ਬੇਟਾ ਕਸਕਿਊਟਾ। ਇਹ ਕਸਕਿਊਟਾ ਪਲਾਂਟ ਕੇ ਦੇਖੋ, ਇਹ ਯੈਲੋ ਆ ਬਿਲਕੁਲ। ਇਹ ਕੀ ਕਰ ਰਿਹਾ? ਇਹ ਨਾ ਕਿਸੇ ਹੋਰ ਪਲਾਂਟ ਦੇ ਉੱਤੇ ਫੈਲ ਜਾਂਦਾ, ਕਲਾਈਂਬ ਕਰ ਜਾਂਦਾ। ਠੀਕ ਹੈ, ਅਤੇ ਉਸ ਪਲਾਂਟ ਦੇ ਉੱਤੇ ਆਪਦੀਆਂ ਜੜ੍ਹਾਂ ਵਿਛਾ ਲੈਂਦਾ ਹੈਗਾ। ਅਤੇ ਉਸ ਪਲਾਂਟ ਦੇ ਜਿਹੜੇ ਰੂਟਸ ਹੁੰਦੇ ਨੇ, ਚਾਹੇ ਉਸ ਪਲਾਂਟ ਦੇ ਨਾ ਸਟੈਮ ਆ, ਚਾਹੇ ਉਸ ਪਲਾਂਟ ਦੀਆਂ ਬ੍ਰਾਂਚਿਸ ਨੇ, ਉਹਨਾਂ ਉੱਤੇ ਨਾ ਆਪਦੀਆਂ ਜੜ੍ਹਾਂ ਵਿਛਾ ਕੇ ਉਹਨਾਂ ਦੇ ਵਿੱਚ ਆਪਦੀਆਂ ਜੜ੍ਹਾਂ ਪਾ ਦੂਗਾ। ਇਹਦਾ ਮਤਲਬ ਜਿਹੜਾ ਫੂਡ ਉਹ ਪਲਾਂਟ ਪ੍ਰਪੇਅਰ ਕਰ ਰਿਹਾ, ਇਹ ਉਹ ਫੂਡ ਖਾਣ ਲੱਗ ਜੂਗਾ। ਠੀਕ ਹੈ, ਉਹ ਫੂਡ ਇਹ ਕੀ ਕਰਨ ਲੱਗ ਜੂ? ਖਾਣ ਲੱਗ ਜੂਗਾ। ਅਤੇ ਹੌਲੀ ਹੌਲੀ ਜਿਹੜਾ ਉਹ ਪਲਾਂਟ ਆ, ਉਹ ਵਿਚਾਰਾ ਆਪਦਾ ਫੂਡ ਵੀ ਨਹੀਂ ਖਾ ਸਕੂਗਾ। ਮਤਲਬ ਕਿਉਂਕਿ ਸਾਰਾ ਫੂਡ ਇਹ ਕਸਕਿਊਟਾ ਪਲਾਂਟ ਖਾਊਗਾ ਉਸ ਦਾ। ਠੀਕ ਹੈ, ਦੇਖੋ ਇਹਦੇ ਪੱਤੇ ਵੀ ਨਹੀਂ ਹੈਗੇ, ਇਹ ਸਿਰਫ ਇੱਕ ਇਹ ਯੈਲੋ ਕਲਰ ਦੀ ਟਿਊਬ ਆ। ਠੀਕ ਹੈ ਨਾ, ਇਹਦੇ ਪੱਤੇ ਨਹੀਂ ਹੈਗੇ ਨਾ, ਪੱਤੇ ਨਿਚਲੇ ਉਹਦੇ ਨੇ। ਜਿਹੜਾ ਹੇਠਾਂ ਦਰਖਤ ਆ ਇਹਦੇ, ਜਿਹਨੂੰ ਇਹਨੇ ਕਵਰ ਕੀਤਾ ਹੋਇਆ, ਉਹਦੇ ਪੱਤੇ ਨੇ। ਉਹ ਆਪਦਾ ਭੋਜਨ ਵੀ ਤਿਆਰ ਕਰਦਾ, ਉਹ ਇਹਨੂੰ ਵੀ ਭੋਜਨ ਦਿੰਦਾ। ਬਟ ਇਹ ਇੰਨਾ ਜ਼ਿਆਦਾ ਖਰਾਬ ਹੁੰਦਾ ਵੀ ਇਹ ਉਹਦਾ ਸਾਰਾ ਭੋਜਨ ਚੂਸ ਲੈਂਦਾ ਅਤੇ ਉਹਨੂੰ ਮਾਰ ਦਿੰਦਾ। ਇਹਨੂੰ ਪੰਜਾਬੀ ਦੇ ਵਿੱਚ ਨਾ ਅਮਰਵੇਲ ਕਹਿੰਦੇ ਨੇ। ਆਪਦੇ ਘਰਦਿਆਂ ਤੋਂ ਕਦੇ ਵੀ ਪੁੱਛਿਓ ਵੀ ਅਮਰਵੇਲ ਕੀ ਹੁੰਦੀ ਆ, ਹੈ ਨਾ। ਪਾਪਾ ਨੂੰ ਬੜਾ ਪਤਾ ਹੁੰਦਾ ਸਾਰਿਆਂ ਨੂੰ ਵੀ ਅਮਰਵੇਲ। ਤੁਸੀਂ ਆਪਣੇ ਪੰਜਾਬ 'ਚ ਵੀ ਦੇਖ ਲਓਗੇ ਕਿਤੇ ਵੀ, ਸੜਕਾਂ ਦੇ ਆਲੇ ਦੁਆਲੇ ਨਾ ਜਿਹੜੇ ਦਰਖਤ ਲੱਗੇ ਹੁੰਦੇ ਨੇ, ਉਹਨਾਂ ਉੱਤੇ ਪੀਲੇ ਪੀਲੇ ਕਲਰ ਦੀ ਇੱਕ ਬੇਲ ਹੁੰਦੀ ਆ, ਉਹਨੂੰ ਅਮਰਵੇਲ ਕਹਿੰਦੇ ਨੇ। ਠੀਕ ਹੈ, ਇਹ ਪੁੱਤ ਮਾਰ ਦਿੰਦੀ ਆ ਜਿਹੜੇ ਦਰਖਤ 'ਤੇ
ਆ ਜੇ ਇਹ, ਠੀਕ ਹੈ, ਤਾਂ ਉਹਦਾ ਸਾਰਾ ਭੋਜਨ ਇਹ ਆਪ ਹੜੱਪ ਕਰ ਲੈਂਦੀ ਆ। ਤਾਂ ਇਹ ਕੀ ਹੈ, ਇੱਕ ਹੈਟਰੋਟ੍ਰੋਫ ਮੋਡ ਆਫ ਨਿਊਟ੍ਰੀਸ਼ਨ ਆ, ਠੀਕ ਹੈ ਜੀ। ਜਿਹੜੇ ਪਲਾਂਟ ਦੇ ਉੱਤੇ ਕਸਕਿਊਟਾ ਪਲਾਂਟ ਪੈਦਾ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਹੋਸਟ ਪਲਾਂਟ। ਉਹਨੂੰ ਕੀ ਕਹਿੰਦੇ ਆ? ਹੋਸਟ ਪਲਾਂਟ, ਠੀਕ ਹੈ। ਅਤੇ ਕਸਕਿਊਟਾ ਨੂੰ ਆਪਾਂ ਕਹਿੰਦੇ ਆ ਪੈਰਾਸਾਈਟ। ਕਸਕਿਊਟਾ ਨੂੰ ਕੀ ਬੋਲਦੇ ਆ? ਪੈਰਾਸਾਈਟ। ਪੁੱਤ ਹੋਸਟ ਪਲਾਂਟ ਕੌਣ ਆ? ਹੋਸਟ ਦਾ ਮਤਲਬ ਹੁੰਦਾ, ਤੁਸੀਂ ਜਦੋਂ ਕਿਸੇ ਦੇ ਘਰੇ ਜਾਂਦੇ ਹੋ ਨਾ ਤਾਂ ਤੁਸੀਂ ਮਹਿਮਾਨ ਹੁੰਦੇ ਹੋ ਅਤੇ ਦੂਸਰਾ ਬੰਦਾ ਤੁਹਾਡਾ ਕੀ ਹੁੰਦਾ? ਹੋਸਟ, ਠੀਕ ਹੈ। ਤਾਂ ਕਿਉਂਕਿ ਕਸਕਿਊਟਾ ਪਲਾਂਟ ਦੂਸਰੇ ਪਲਾਂਟ ਦੇ ਉੱਤੇ ਰਹਿ ਰਿਹਾ ਗਾ ਤਾਂ ਦੂਸਰਾ ਪਲਾਂਟ ਕੀ ਆ? ਹੋਸਟ ਆ, ਠੀਕ ਹੈ। ਅਤੇ ਕਸਕਿਊਟਾ ਪਲਾਂਟ ਆਪ ਕੀ ਆ? ਪੈਰਾਸਾਈਟ ਆ। ਪੈਰਾਸਾਈਟ ਕੀ ਹੁੰਦਾ ਬੇਟਾ? ਪੈਰਾਸਾਈਟ ਹੁੰਦਾ ਪਰਜੀਵੀ। ਪਰਜੀਵੀ ਮਤਲਬ ਜਿਹੜਾ ਕਿਸੇ ਦੂਜੇ ਜੀਵ ਦੇ ਉੱਤੇ ਰਹਿੰਦਾ ਹੋਵੇ ਪਰ ਦੂਜੇ ਜੀਵ ਨੂੰ ਨੁਕਸਾਨ ਦੇਵੇ। ਨੁਕਸਾਨ ਦਾ ਮਤਲਬ ਹੁਣ ਇਹਨੂੰ ਕਿੰਨਾ ਨੁਕਸਾਨ ਕਰ ਰਿਹਾ ਇਹ? ਇਹਦਾ ਸਾਰਾ ਭੋਜਨ ਆਪ ਖਾ ਰਿਹਾ ਹੈਗਾ, ਠੀਕ ਹੈ। ਦੈਟਸ ਵਾਈ ਇਟ ਇਜ਼ ਕਾਲਡ ਪੈਰਾਸਾਈਟ ਇਨ ਪਲਾਂਟ, ਠੀਕ ਹੈ। ਤਾਂ ਇੱਕ ਐਗਜ਼ਾਮਪਲ ਹੋ ਗਈ ਪੈਰਾਸਾਈਟ ਇਨ ਪਲਾਂਟਸ ਦੀ ਕਸਕਿਊਟਾ ਪਲਾਂਟ, ਠੀਕ ਹੈ। ਤਾਂ ਇਹਨੂੰ ਆਪਾਂ ਡਿਸਕਸ ਕਰਾਂਗੇ। ਤਾਂ ਬੇਟਾ ਨਾਓ heterotropic mode of nutrition in plants, देखो heterotrophs are those organism which depend on the other organism for their food, that is they do not prepare their own food by photosynthesis. Some plants like cuscuta, cuscuta, known as umberbale बोलते हैं ਆਪਾਂ ਇਹਨੂੰ, get its food from the plant on which it grows, ਠੀਕ ਹੈ। ਉਹ ਤੋਂ ਭੋਜਨ ਲੈਂਦਾ ਜਿਹਦੇ ਉੱਤੇ ਪੈਦਾ ਹੁੰਦਾ, ਗਰੋ ਕਰਦਾ ਗਾ, ਠੀਕ ਹੈ, ਜਾਂ ਕਲਾਈਮ ਕਰਦਾ ਗਾ। The plant on which cuscuta climbs and take up ready-made food is called host। ਕਹਿੰਦਾ ਜਿਹੜਾ ਪਲਾਂਟ ਦੇ ਉੱਤੇ ਇਹ ਕਸਕਿਊਟਾ ਪਲਾਂਟ ਕਲਾਈਮ ਕਰਦਾ, ਠੀਕ ਹੈ, ਅਤੇ ਉੱਥੋਂ ਰੈਡੀਮੇਡ ਭੋਜਨ ਪ੍ਰਾਪਤ ਕਰਦਾ ਉਹਨੂੰ ਆਪਾਂ ਕਹਿੰਦੇ ਹਾਂ ਹੋਸਟ। When cuscuta take up the food of host plant, it make host plant weak, ਠੀਕ ਹੈ। ਜਦੋਂ ਕਹਿੰਦਾ ਕਸਕਿਊਟਾ ਪਲਾਂਟ ਉਸ ਪਲਾਂਟ ਦਾ ਭੋਜਨ ਲੈ ਲੈਂਦਾ ਤਾਂ ਉਹਨੂੰ ਉਹ ਕਮਜ਼ੋਰ ਕਰ ਦਿੰਦਾ। ਇਟ ਮੇਕ ਹੋਸਟ ਪਲਾਂਟ ਵੀਕ ਐਂਡ ਡਿਪਰਾਈਵ, ਇਹ ਦੇਖੋ ਇਹ ਸ਼ਬਦ ਯਾਦ ਰੱਖਿਓ, ਡਿਪਰਾਈਵ। ਡਿਪਰਾਈਵ ਦਾ ਮਤਲਬ ਹੁੰਦਾ ਘਾਟ ਪੈਦਾ ਕਰ ਦੇਣੀ। ਡਿਪਰਾਈਵ ਦਾ ਮਤਲਬ ਹੁੰਦਾ ਘਾਟ ਹੋ ਜਾਣੀ। ਡਿਪਰਾਈਵ ਆਫ ਨਿਊਟਰੀਐਂਟਸ, ਕਿਹਦੇ ਵਿੱਚ ਡਿਪਰਾਈਵ ਕਰ ਦੂਗਾ ਨਿਊਟਰੀਐਂਟਸ? ਉਸ ਪਲਾਂਟ ਦੇ ਜਿਹਦੇ ਹੋਸਟ 'ਤੇ, ਠੀਕ ਹੈ, ਹੋਸਟ 'ਤੇ ਨਿਊਟਰੀਐਂਟ ਡਿਪਰਾਈਵ ਕਰ ਦੂਗਾ। ਹੈਂਸ ਕਸਕਿਊਟਾ ਇਜ਼ ਕਾਲਡ ਪੈਰਾਸਾਈਟ। ਤਾਂ ਕਰਕੇ ਆਪਾਂ ਕਸਕਿਊਟਾ ਨੂੰ ਕੀ ਕਹਿੰਦੇ ਆ? ਪੈਰਾਸਾਈਟ ਕਹਿੰਦੇ ਆ, ਕਿਉਂਕਿ ਉਹ ਦੂਸਰੇ ਪੌਦੇ ਦਾ ਭੋਜਨ ਆਪ ਖਾ ਲੈਂਦਾ ਗਾ। ਦੈਟਸ ਵਾਈ ਇਟ ਇਜ਼ ਕਾਲਡ ਪੈਰਾਸਾਈਟ, ਜਿਹੜਾ ਕਿ ਹਾਰਮਫੁਲ ਹੁੰਦਾ ਦੂਸਰੇ ਪੌਦੇ ਵਾਸਤੇ, ਠੀਕ ਹੈ। ਹੁਣ ਆਪਾਂ ਹੋਰ ਕਰਦੇ ਹਾਂ, ਇੱਕ ਕੁਐਸਚਨ ਪੁੱਛਦੇ ਹਾਂ, ਵਾਈ ਕਸਕਿਊਟਾ ਐਬਜ਼ੋਰਬ ਫੂਡ ਆਫ ਹੋਸਟ ਪਲਾਂਟ। ਕਹਿੰਦਾ ਕਸਕਿਊਟਾ ਜਿਹੜਾ ਉਹ ਹੋਸਟ ਪਲਾਂਟ ਦਾ ਫੂਡ ਕਿਉਂ ਐਬਜ਼ੋਰਬ ਕਰਦਾ ਗਾ? ਇਹਦਾ ਰੀਜ਼ਨ ਇਹੀ ਆ, ਬਿਕੋਜ਼ ਕਸਕਿਊਟਾ ਡੂ ਨਾਟ ਪ੍ਰਪੇਅਰ ਇਟਸ ਓਨ ਫੂਡ ਬਾਈ ਫੋਟੋਸਿੰਥਸਿਸ। ਉਹ ਆਪਦਾ ਭੋਜਨ ਆਪ ਤਿਆਰ ਨਹੀਂ ਕਰ ਸਕਦਾ ਫੋਟੋਸਿੰਥਸਿਸ ਦੁਆਰਾ, ਤਾਂ ਕਰਕੇ ਉਹ ਦੂਜੇ ਪੌਦੇ ਦੇ ਉੱਤੇ ਪੈਰਾਸਾਈਟ ਦੇ ਤੌਰ 'ਤੇ ਰਹਿੰਦਾ ਅਤੇ ਉਹਦਾ ਭੋਜਨ ਖਾਂਦਾ ਰਹਿੰਦਾ ਗਾ, ਠੀਕ ਹੈ। ਕਿਉਂ ਨਹੀਂ ਕਰ ਸਕਦਾ ਉਹ? ਕਿਉਂਕਿ ਉਹਦੇ ਵਿੱਚ ਬੇਟਾ ਕਲੋਰੋਫਿਲ ਨਹੀਂ ਹੁੰਦੀ। ਆਪਾਂ ਡਾਇਗਰਾਮ ਦੇ ਵਿੱਚ ਵੀ ਦੇਖਿਆ। ਨੈਕਸਟ ਬੇਟਾ ਇੱਕ ਹੋਰ ਤਰ੍ਹਾਂ ਦਾ ਪਲਾਂਟ ਆ, ਦੇਖੋ, ਨੋਨ ਐਜ਼ ਪਿਕਚਰ ਪਲਾਂਟ। ਹਾਂਜੀ, ਇੱਕ ਹੋਰ ਤਰ੍ਹਾਂ ਦਾ ਪਲਾਂਟ ਆ ਨੋਨ ਐਜ਼ ਪਿਕਚਰ ਪਲਾਂਟ। ਦੇਖਦੇ ਹਾਂ ਆਪਾਂ ਉਹ ਵੀ, ਠੀਕ ਹੈ। ਇਟ ਇਜ਼ ਲਾਈਕ, ਆਪਾਂ ਅੱਗੇ ਚੱਲਦੇ ਹਾਂ ਬੇਟਾ ਜੀ। ਨਾਓ ਵੀ ਵਿਲ ਦੀ ਪਿਕਚਰ ਪਲਾਂਟ ਆ ਬੇਟਾ, ਦੇਖੋ ਦਿਸ ਇਜ਼ ਕਾਲਡ ਪਿਕਚਰ ਪਲਾਂਟ। ਇਹਨੂੰ ਪਿਕਚਰ ਕੀ ਹੁੰਦਾ? ਪਿਕਚਰ ਦਾ ਮਤਲਬ ਹੁੰਦਾ ਘੜਾ। ਪਿਕਚਰ ਦਾ ਮਤਲਬ ਕੀ ਹੁੰਦਾ ਬੇਟਾ? ਘੜਾ। ਦੇਖੋ ਇਹ ਘੜੇ ਵਰਗਾ ਪਲਾਂਟ ਆ, ਦੇਖਣ 'ਚ ਘੜਾ ਜਿਹਾ ਲੱਗਦਾ ਨਾ ਉੱਪਰੋਂ। ਪਿਕਚਰ ਦਾ ਮਤਲਬ ਬੇਸਿਕਲੀ ਘੜਾ ਨਹੀਂ ਹੁੰਦਾ, ਪਿਕਚਰ ਦਾ ਮਤਲਬ ਹੁੰਦਾ ਸੁਰਾਹੀ। ਸੁਰਾਹੀ ਜਿਨ੍ਹਾਂ ਨੇ ਦੇਖੀ ਆ ਉਹਨਾਂ ਨੂੰ ਪਤਾ ਵੀ ਸੁਰਾਹੀ ਨੀਚੋਂ ਮੋਟੀ ਹੁੰਦੀ ਆ, ਉੱਪਰੋਂ ਉਹਦੀ ਗਰਦਨ ਜਿਹੜੀ ਹੁੰਦੀ ਆ ਪਤਲੀ ਹੁੰਦੀ ਆ, ਫਿਰ ਉੱਪਰ ਜਾ ਕੇ ਉਹ ਖੁੱਲ੍ਹਦੀ ਆ, ਜਿਹਦੇ ਵਿੱਚ ਪੁਰਾਣੇ ਲੋਕ ਪਾਣੀ ਪੀਂਦੇ ਸੀ, ਸੁਰਾਹੀ, ਹੈ ਨਾ। ਤਾਂ ਇਹ ਦੇਖੋ ਇਹ ਸੁਰਾਹੀ ਵਰਗਾ। ਇਹ ਵੀ ਆਪਣੇ ਕੋਲ ਇੱਕ ਹੈਟਰੋਟ੍ਰੋਪ ਆ, ਬਟ ਇਹ ਅਲੱਗ ਤਰ੍ਹਾਂ ਨਾਲ ਆ। ਇਹ ਕੀ ਕਰਦਾ? ਇਹਦੇ ਵਿੱਚ ਜਦੋਂ ਕੋਈ ਵੀ ਇਨਸੈਕਟ ਗਿਰ ਜਾਂਦਾ ਨਾ, ਇਨਸੈਕਟ ਦੇਖੋ ਇਹ ਕੀ ਕਰਦਾ, ਪਹਿਲਾਂ ਤਾਂ ਨਾ ਇਹ ਇੱਕ ਬਹੁਤ ਚੰਗੀ ਸੋਹਣੀ ਸਮੈਲ ਪੈਦਾ ਕਰਦਾ, ਠੀਕ ਹੈ। ਉਹ ਸਮੈਲ ਜਿਹੜੀ ਪੈਦਾ ਕਰਦਾ ਉਹਨੂੰ ਉਹ ਤੋਂ ਖਿੱਚ ਕੇ ਜਿਹੜੇ ਇਨਸੈਕਟ ਨੇ ਉਹ ਇਹਦੇ ਕੋਲ ਆ ਜਾਂਦੇ ਨੇ, ਠੀਕ ਹੈ। ਜਿਵੇਂ ਤਿਤਲੀਆਂ ਜਾਂਦੀਆਂ ਨੇ ਫੁੱਲਾਂ ਕੋਲ, ਉਵੇਂ ਆ ਜਾਂਦੇ ਨੇ। ਫਿਰ ਉਹ ਕੀ, ਜਦ ਉਹ ਨਾ ਇਹਦੇ ਵਿੱਚ ਨਾ ਨੈਕਟਰ ਹੁੰਦਾ। ਨੈਕਟਰ ਦਾ ਮਤਲਬ ਹੁੰਦਾ ਗਾ ਇੱਕ ਸਵੀਟਨਰ ਥਿੰਗ, ਠੀਕ ਹੈ। ਨੈਕਟਰ ਦਾ ਮਤਲਬ ਹੁੰਦਾ ਸ਼ਹਿਦ ਵਾਂਗੂ ਇੱਕ ਚੀਜ਼ ਹੁੰਦੀ ਆ, ਠੀਕ ਹੈ। ਉਹ ਨੈਕਟਰ ਹੁੰਦਾ, ਫੁੱਲਾਂ ਦਾ ਰਸ ਕਹਿੰਦੇ ਜਿਹਨੂੰ ਆਪਾਂ, ਠੀਕ ਹੈ, ਉਹਨੂੰ ਨੈਕਟਰ ਬੋਲਿਆ ਜਾਂਦਾ। ਉਹ ਫੁੱਲਾਂ ਦਾ ਰਸ ਇਹਦੇ ਵਿੱਚ ਹੁੰਦਾ। ਜਿਹੜਾ ਇਨਸੈਕਟ ਹੁੰਦਾ ਉਹ ਵਿਚਾਰਾ ਫੁੱਲਾਂ ਦਾ ਰਸ ਪੀਣ ਲਈ ਇਹਦੇ ਅੰਦਰ ਚਲਾ ਜਾਂਦਾ, ਇੱਕ ਵਾਰ ਇਹਦੇ ਅੰਦਰ ਚਲਾ ਜਾਂਦਾ। ਇਹਦੇ ਅੰਦਰ ਬੇਟਾ ਬਹੁਤ ਵੱਡੇ ਵੱਡੇ ਨਾ
ਬਾਲ ਹੁੰਦੇ ਨੇ, ਠੀਕ ਹੈ, ਬਾਲ ਟਾਈਪ ਸਟਰਕਚਰ ਹੁੰਦੇ ਨੇ, ਹੇਅਰ ਲਾਈਕ ਸਟਰਕਚਰ, ਠੀਕ ਹੈ। ਉਹ ਹੇਅਰ ਲਾਈਕ ਸਟਰਕਚਰ ਹੁੰਦੇ ਨੇ, ਅਤੇ ਇਹਦਾ ਜਿਹੜਾ ਅੰਦਰਲਾ ਸਿਸਟਮ ਹੁੰਦਾ ਬਹੁਤ ਸਲਿੱਪਰੀ ਹੁੰਦਾ, ਮਤਲਬ ਇੱਕ ਵਾਰ ਜਿਹੜਾ ਇਹਦੇ ਵਿੱਚ ਚਲਾ ਗਿਆ ਕੋਈ ਇਨਸੈਕਟ, ਉਹ ਬਾਹਰ ਨਹੀਂ ਨਿਕਲ ਸਕਦਾ। ਪਹਿਲਾਂ ਤਾਂ ਉਹ ਹੇਅਰ ਲਾਈਕ ਸਟਰਕਚਰ ਦੇ ਵਿੱਚ ਫਸ ਜਾਂਦਾ, ਫਿਰ ਉਹ ਸਲਿੱਪਰੀ ਉਹਦੇ ਵਿੱਚ ਫਸ ਜਾਂਦਾ, ਫਿਰ ਇਹ ਕੀ ਕਰਦਾ, ਉੱਥੇ ਡਾਈਜੈਸਟਿਵ ਜੂਸ ਕੱਢਦਾ ਗਾ, ਠੀਕ ਆ। ਉੱਥੇ ਮਤਲਬ ਕੁਛ ਐਸੇ ਲਿਕੁਇਡ ਪੈਦਾ ਕਰਨ ਲੱਗ ਜਾਂਦਾ ਆਪਦੇ ਅੰਦਰ ਹੀ, ਇਹਦੇ ਇੱਥੇ ਇਹਦੇ ਜਿਹੜੇ ਸਟਮਕ ਦੇ ਵਿੱਚ ਆ ਢਿੱਡ ਜਿਹਾ ਗਾ, ਇਹਦੇ ਵਿੱਚ, ਕਿਉਂਕਿ ਇਹਦੇ ਵਿੱਚ ਹੁਣ ਕੋਈ ਚਲਾ ਗਿਆ ਮਤਲਬ ਯੂ ਕੈਨ ਸੇ ਇਨਸੈਕਟ, ਤਾਂ ਉੱਥੇ ਉਹਨੂੰ ਇਹ ਮਾਰ ਦਿੰਦਾ, ਠੀਕ ਹੈ। ਮਾਰ ਕਿਵੇਂ ਦਿੰਦਾ, ਐਸੇ ਉੱਥੇ ਲਿਕੁਇਡ ਪੈਦਾ ਕਰਦਾ ਗਾ, ਐਸੇ ਤਰਲ ਪਦਾਰਥ ਪੈਦਾ ਕਰਦਾ ਗਾ ਜਿਹਦੇ ਵਿੱਚ ਡੁੱਬ ਕੇ ਉਹ ਮਰ ਜਾਂਦੇ ਨੇ। ਫਿਰ ਉਹ ਜਿਹੜੇ ਤਰਲ ਪਦਾਰਥ ਹੁੰਦੇ ਨੇ ਉਹ ਐਕਚੁਅਲ ਦੇ ਵਿੱਚ ਕੀ ਹੁੰਦੇ ਨੇ, ਡਾਈਜੈਸਟਿਵ ਜੂਸ ਹੁੰਦੇ ਨੇ। ਕੀ ਹੁੰਦੇ ਨੇ ਉਹ, ਡਾਈਜੈਸਟਿਵ ਜੂਸਿਸ ਹੁੰਦੇ ਨੇ। ਅਤੇ ਉਹ ਡਾਈਜੈਸਟਿਵ ਜੂਸ ਕੀ ਕਰਦੇ ਨੇ, ਉਹਦੀ ਬਾਡੀ ਦੇ ਵਿੱਚੋਂ ਸਾਰਾ ਕੁਛ ਖਤਮ ਕਰਕੇ ਜਿਹੜੀ ਚੀਜ਼ ਐਬਜ਼ੋਰਬ ਕਰਨ ਵਾਲੀ ਹੁੰਦੀ ਆ, ਮਤਲਬ ਜਿਹੜੀ ਭੋਜਨ ਵਾਲੀ ਚੀਜ਼ ਹੁੰਦੀ ਆ, ਬੇਸਿਕਲੀ ਪ੍ਰੋਟੀਨਸ ਹੁੰਦੇ ਨੇ। ਉਹ ਕੀ ਹੁੰਦੇ ਨੇ, ਪ੍ਰੋਟੀਨਸ, ਨਾਈਟ੍ਰੋਜਨ ਹੁੰਦੀ ਆ ਉਹਨਾਂ ਦੇ ਵਿੱਚ। ਇਨਸੈਕਟ ਦਾ ਜਿਹੜੀ ਸਾਰੀ ਬਾਡੀ ਹੁੰਦੀ ਆ ਬੇਟਾ, ਉਹ ਸਾਰੀ ਪ੍ਰੋਟੀਨਸ ਦੀ ਬਣੀ ਹੁੰਦੀ ਆ, ਅਤੇ ਇਹਨਾਂ ਦੇ ਵਿੱਚ ਨਾਈਟ੍ਰੋਜਨ ਬਹੁਤ ਹੁੰਦੀ ਆ। ਤਾਂ ਉਹ ਕੀ ਕਰਦਾ, ਉੱਥੋਂ ਨਾਈਟ੍ਰੋਜਨ ਨੂੰ ਐਬਜ਼ੋਰਬ ਕਰ ਲੈਂਦਾ ਅਤੇ ਆਪਦੀ ਨਾਈਟ੍ਰੋਜਨ ਨੀਡ ਪੂਰੀ ਕਰਦਾ। ਇੱਕ ਹੋਰ ਕੁਐਸਚਨ ਆਉਂਦਾ, ਇਹ ਦੇਖਣ ਦੇ ਵਿੱਚ ਦੇਖੋ ਆ ਗਰੀਨ ਹੈਗਾ, ਇੱਧਰਲਾ ਜਿਹੜਾ ਆਪਣੇ ਕੋਲ ਪਿਕਚਰ ਪਲਾਂਟ ਆ ਇਹ ਗਰੀਨ ਹੈ। ਫਿਰ ਤੁਸੀਂ ਇਹ ਕੁਐਸਚਨ ਪੁੱਛ ਸਕਦੇ ਹੋ ਕਿ ਸਰ ਜਿਹੜਾ ਇਹ ਗਰੀਨ ਆ, ਇਹ ਆਪਦਾ ਭੋਜਨ ਆਪ ਵੀ ਤਿਆਰ ਕਰਦਾ ਹੋਊਗਾ, ਹੈ ਨਾ। ਤਾਂ ਹਾਂ ਬੇਟਾ, ਇਹ ਆਪਦਾ ਭੋਜਨ ਆਪ ਵੀ ਤਿਆਰ ਕਰਦਾ, ਪਰ ਇਹਨੂੰ ਆਪਦੇ ਭੋਜਨ ਵਾਸਤੇ ਜਿਹੜੀ ਨਾਈਟ੍ਰੋਜਨ ਦੀ ਜ਼ਰੂਰਤ ਆ ਉਹ ਇਹਦੀਆਂ ਜੜ੍ਹਾਂ ਨਹੀਂ ਸੋਖ ਸਕਦੀਆਂ, ਠੀਕ ਹੈ। ਉਹ ਇਹਦੀਆਂ ਜੜ੍ਹਾਂ ਨਹੀਂ ਸੋਖਦੀਆਂ। ਉਹ ਫਿਰ ਇਹ ਕੀ ਕਰਦਾ, ਉਹ ਇਹ ਇਨਸੈਕਟ ਨੂੰ ਡਾਈਜੈਸਟ ਕਰਕੇ ਪ੍ਰਾਪਤ ਕਰਦਾ ਨਾਈਟ੍ਰੋਜਨ, ਠੀਕ ਹੈ। ਕਿਉਂਕਿ ਇਹ ਇਨਸੈਕਟ ਖਾਂਦਾ, ਹੈ ਨਾ, ਇੱਕ ਤਰ੍ਹਾਂ ਨਾਲ ਇਨਸੈਕਟ ਖਾਂਦਾ ਹੀ ਹੋਇਆ ਇਹ, ਕਿਉਂਕਿ ਬੇਟਾ ਇਹ ਇਨਸੈਕਟ ਖਾਂਦਾ, ਦੈਟਸ ਵਾਈ ਇਟ ਇਜ਼ ਕਾਲਡ ਇਨਸੈਕਟੀਵੋਰਸ। ਇਹਨੂੰ ਆਪਾਂ ਕੀ ਕਹਿੰਦੇ ਆ, ਇਨਸੈਕਟੀਵੋਰਸ ਕਹਿੰਦੇ ਆ, ਵਿਚ ਇਜ਼ ਐਨ ਅਨਦਰ ਐਗਜ਼ਾਮਪਲ ਆਫ ਹੈਟਰੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ। ਹੈਟਰੋਟ੍ਰੋਫ ਦਾ ਮਤਲਬ ਆ ਕਿਸੇ ਹੋਰ ਤੋਂ ਭੋਜਨ ਪ੍ਰਾਪਤ ਕਰਨਾ, ਠੀਕ ਹੈ। ਤਾਂ ਕਿਉਂਕਿ ਇਹ ਦੂਸਰੇ ਤੋਂ ਨਾਈਟ੍ਰੋਜਨ ਪ੍ਰਾਪਤ ਕਰ ਰਿਹਾ, ਕਿਤੋਂ, ਇਨਸੈਕਟ ਤੋਂ, ਤਾਂ ਕਰਕੇ ਇਹ ਹੈਟਰੋਟ੍ਰੋਪਿਕ ਦੇ ਵਿੱਚ ਹੀ ਆ ਜਾਂਦਾ ਗਾ। ਬਟ ਇਹਦਾ ਇੱਕ ਸਪੈਸ਼ਲ ਨਾਮ ਆ, ਕਿਉਂਕਿ ਇਹ ਇਨਸੈਕਟ ਖਾਂਦਾ, ਦੈਟਸ ਵਾਈ ਇਟ ਇਜ਼ ਕਾਲਡ ਇਨਸੈਕਟੀਵੋਰਸ ਪਲਾਂਟ, ਠੀਕ ਹੈ ਜੀ। ਤਾਂ ਦੇਖੋ ਨੈਕਸਟ, other example of heterotrophic mode of nutrition in the plants is picture plant. It is insectivorous plant, that is it eat insects, ठीक है। Picture plant is green even though it feeds on insect, why, ठीक है। वही क्वेश्चन आ गया, पिक्चर प्लांट फीड ऑन इंसैक्ट फॉर नाइट्रोजन ਐਂਡ ਫॉर ਪ੍ਰੋਟੀਨ ਨੀਡਸ, ਠੀਕ ਹੈ। ਜਿਹੜਾ ਪਿਕਚਰ ਪਲਾਂਟ ਆ ਉਹ ਇਨਸੈਕਟ ਦੇ ਉੱਤੇ ਕਿਉਂ ਫੀਡ ਕਰਦਾ ਹੈਗਾ, ਕਿਉਂ ਇਨਸੈਕਟ ਖਾਂਦਾ ਉਹ, ਤਾਂ ਕਿ ਉਹ ਆਪਦੀ ਨਾਈਟ੍ਰੋਜਨ ਦੀ ਨੀਡ ਪੂਰੀ ਕਰ ਸਕੇ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਨਾਲ ਆਪਣਾ ਇਹ ਟੌਪਿਕ ਹੈ ਜਿਹੜਾ ਹੈਟਰੋਟ੍ਰੋਫਿਕ ਨਿਊਟ੍ਰੀਸ਼ਨ ਦਾ, ਇਹ ਖਤਮ ਹੋ ਚੁੱਕਿਆ ਹੈਗਾ। ਕੱਲ੍ਹ ਨੂੰ ਜਿਹੜੇ ਦੋ ਟੌਪਿਕ ਨੇ ਆਪਣਾ ਸੈਪਰੋਟ੍ਰੋਪਸ ਐਂਡ ਸਿੰਬਾਇਓਟਿਕ ਰਿਲੇਸ਼ਨ ਬਿਟਵੀਨ ਪਲਾਂਟਸ ਐਂਡ ਆਰਗੈਨਿਜ਼ਮ, ਉਹਦੀ ਗੱਲ ਕਰਾਂਗੇ। ਇੱਕ ਹੋਰ ਚੀਜ਼ ਆਪਣੇ ਕੋਲ ਚਲੋ ਰਹਿ ਗਈ, ਉਹ ਹੈ ਤੁਸੀਂ ਦੇਖੀ ਐਲਗੀ, ਠੀਕ ਹੈ। ਵਾਟਰ ਪੌਂਡਸ ਦੇ ਵਿੱਚ ਹੁੰਦੀ ਆ, ਗ੍ਰੀਨ ਕਲਰ ਦੀ ਐਲਗੀ ਹੁੰਦੀ ਆ, ਠੀਕ ਹੈ। ਐਲਗਾ, ਉਹਨੂੰ ਐਲਗਾ ਬੋਲਦੇ ਨੇ, ਐਲਗੀ ਬੋਲਦੇ ਨੇ, ਪੰਜਾਬੀ 'ਚ ਉਹਨੂੰ ਕਾਈ ਬੋਲਦੇ ਨੇ, ਜਿਲਬ ਬੋਲ ਦਿੰਦੇ ਨੇ, ਹੈ ਨਾ। ਤਾਂ ਉਹ ਵੀ ਕੀ ਹੈ, ਇੱਕ ਪਲਾਂਟ ਹੈ। ਉਹ ਕੀ ਹੈ, ਇੱਕ ਐਕੁਆਟਿਕ ਪਲਾਂਟ ਆ। ਉਹ ਵੀ ਗ੍ਰੀਨ ਹੁੰਦਾ। ਉਹ ਗ੍ਰੀਨ ਤਾਂ ਹੀ ਹੁੰਦਾ ਪੁੱਤ ਕਿਉਂਕਿ ਉਹਦੇ ਵਿੱਚ ਕਲੋਰੋਫਿਲ ਹੁੰਦੀ ਹੈ ਅਤੇ ਉਹ ਆਪਦਾ ਭੋਜਨ ਆਪ ਤਿਆਰ ਕਰ ਸਕਦਾ ਹੁੰਦਾ ਹੈ, ਠੀਕ ਹੈ। ਤਾਂ ਇੱਕ ਇਹ ਚੀਜ਼ ਵੀ ਯਾਦ ਰੱਖਿਓ, ਐਕੁਆਟਿਕ ਪਲਾਂਟਸ ਦੇ ਵਿੱਚ ਵੀ ਆਪਣੇ ਕੋਲ ਐਲਗੀ ਆ ਜਾਂਦੀ ਆ। ਤਾਂ ਬੇਟਾ ਇਸੇ ਨਾਲ ਹੀ ਜਿਹੜਾ ਆਪਣਾ ਅੱਜ ਦਾ ਇਹ ਲੈਕਚਰ ਆ ਇਹ ਸਮਾਪਤ ਹੁੰਦਾ, ਅਤੇ ਮੈਨੂੰ ਹੋਪ ਆ ਕਿ ਤੁਸੀਂ ਇਹ ਸਾਰਾ ਕੁਛ ਚੰਗੀ ਤਰ੍ਹਾਂ ਤਿਆਰ ਕੀਤਾ ਹੋਊਗਾ ਅਤੇ ਤੁਹਾਨੂੰ ਸਮਝ ਆ ਗਿਆ ਹੋਣਾ। ਤਾਂ ਅੱਗੇ ਇਹਨੂੰ ਕਿਵੇਂ ਕਰਨਾ ਗਾ, ਕਾਪੀ 'ਤੇ ਡਿਸਕਸ ਕਰਕੇ ਇਹਨੂੰ ਯਾਦ ਕਰਨਾ, ਦੈਟਸ ਔਨ ਯੂ, ਹੈਡਸ ਆਫ, ਠੀਕ ਹੈ ਬੇਟਾ, ਗੁੱਡ ਬਾਏ।